ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ। 1 ਲੱਖ ਤੋਂ ਵੱਧ ਹੋਈ ਕੈਨੇਡਾ ਪੱਕੇ। ਇਮੀਗ੍ਰੇਸ਼ਨ ਬਾਰੇ ਖੁਸ਼ਖਬਰੀ। ਹੁਣ ਪਾਸਪੋਰਟ ਲੈਣਾ ਹੋਇਆ ਸੌਖਾ, ਜਲਦ ਹੋਵੇਗਾ ਪਾਸਪੋਰਟ ਰੀਨਿਊ। ਇਮੀਗ੍ਰੇਸ਼ਨ ਬਾਰੇ ਆਈ ਜਾਣਕਾਰੀ। ਹੁਣ ਘੱਟ ਉਮੀਦਵਾਰਾਂ ਨੂੰ ਮਿਲ ਰਹੇ ਸੱਦੇ। ਟਰੂਡੋ ਦਾ ਰੂਸ ਖਿਲਾਫ ਵੱਡਾ ਬਿਆਨ, ਕਿਹਾ ਰੂਸ ਨਹੀਂ G20 ਦਾ ਮਜ਼ਬੂਤ ਸਾਥੀ। ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਾਲ 2022 ਜਾਣੀ ਕਿ ਇਸ ਸਾਲ ਦੌਰਾਨ ਹੁਣ ਤੱਕ 1 ਲੱਖ PR ਦਾ ਸਵਾਗਤ ਕੀਤਾ ਗਿਆ। ਭਾਵ ਕਿ 1,08,000 ਦੇ ਕਰੀਬ ਜਿਹੜੇ ਲੋਕ ਸਨ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ PR ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਉਹ ਪੱਕੇ ਹੋਏ ਨੇ, ਜਿਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਿਸ ਤਰ੍ਹਾਂ ਉਹਨਾਂ ਵੱਲੋਂ ਇਹ ਟਾਰਗੇਟ ਤੈਅ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਦੇ ਬਾਰੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ, ਜਿੱਥੇ ਸਾਲ 2022 ਦੌਰਾਨ ਹੁਣ ਤੱਕ 1,08,000 PR ਦਾ ਸਵਾਗਤ ਕੀਤਾ ਗਿਆ। ਇਸ ਬਾਰੇ IRCC ਵੱਲੋਂ ਅੰਕੜਾ ਜਾਰੀ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ 2022 ਦੇ ਪਹਿਲੇ ਕੁਆਰਟਰ ਦੌਰਾਨ ਉਹਨਾਂ ਵੱਲੋਂ 1,47,000 ਦੇ ਵਾਸਤੇ ਜਿਹੜਾ ਟਾਰਗੇਟ ਤੈਅ ਕੀਤਾ ਗਿਆ ਸੀ ਉਸ ਨੂੰ ਪੂਰਾ ਕਰ ਲਿਆ ਗਿਆ। ਹੁਣ ਤੱਕ ਵਿਭਾਗ ਵੱਲੋਂ 1,08,000 ਨਵੇਂ PR ਦਾ ਸਵਾਗਤ ਕੀਤਾ ਗਿਆ। ਦੱਸਦੀਏ ਕਿ IRCC ਵੱਲੋਂ ਲਗਾਤਾਰ ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਬਦਲਾਵ ਕਰਨ ਦੇ ਲਈ ਚੰਗੇ ਕਦਮ ਚੁੱਕੇ ਜਾ ਰਹੇ ਨੇ, ਜਿੱਥੇ ਉਹਨਾਂ ਵੱਲੋਂ ਆਨਲਾਈਨ ਟੈਸਟਿੰਗ, ਵਰਚੁਅਲ ਸਿਟੀਜ਼ਨਸ਼ਿਪ ਸੈਰੇਮਨੀਜ਼ ਆਫਰ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਅਰਜ਼ੀਆਂ ਦੇ ਵਾਸਤੇ ਆਨਲਾਈਨ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਐਪਲੀਕੈਂਟਸ ਦੇ ਲਈ ਸੌਖਾ ਹੋ ਗਿਆ ਹੈ ਕਿ ਉਹ ਘਰ ਬਹਿ ਕੇ ਹੀ ਆਪਣੀ ਫਾਈਲ ਦਾ ਸਟੇਟਸ ਜਾਣ ਸਕਦੇ ਨੇ। ਦੱਸਣਯੋਗ ਹੈ ਕਿ IRCC ਵੱਲੋਂ ਇਮੀਗ੍ਰੇਸ਼ਨ ਲੈਵਲਸ ਪਲਾਨ ਤਹਿਤ ਜਿਹੜਾ ਇਸ ਸਾਲ ਵਾਸਤੇ ਟਾਰਗੇਟ ਤੈਅ ਕੀਤਾ ਗਿਆ, ਉਸ ਨੂੰ ਪੂਰਾ ਕਰਨ ਦੇ ਲਈ ਵਿਭਾਗ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋ ਗਿਆ ਹੈ, ਜਿਸ ਦੇ ਉੱਪਰ ਜਲਦ ਉਹਨਾਂ ਵੱਲੋਂ ਫੈਸਲਾ ਸੁਣਾਇਆ ਜਾਵੇਗਾ। ਲਗਾਤਾਰ ਉਹ ਇਸ ਬਾਰੇ ਵੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ, ਪਰ ਚੰਗੀ ਖਬਰ ਸਾਹਮਣੇ ਆਈ ਹੈ ਕਿ ਸਾਲ 2022 ਦੀ ਸ਼ੁਰੂਆਤ ਵਿੱਚ ਹੀ 1,08,000 PR ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਗਿਆ। ਕੈਨੇਡਾ ਦੇ ਵਿੱਚ ਹੁਣ ਪਾਸਪੋਰਟ ਲੈਣਾ ਸੌਖਾ ਹੋਵੇਗਾ। ਇਸ ਦੇ ਵਾਸਤੇ ਲੰਬਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਅੱਜ ਤਾਜ਼ਾ ਤੇ ਵੱਡਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਜੇਕਰ ਤੁਹਾਡਾ ਪਾਸਪੋਰਟ ਗੁੰਮ ਜਾਂਦਾ ਹੈ, ਉਸ ਨੂੰ ਨੁਕਸਾਨ ਹੋ ਜਾਂਦਾ ਹੈ ਜਾਂ ਫਿਰ ਚੋਰੀ ਹੋ ਜਾਵੇ, ਤਾਂ ਤੁਸੀਂ ਬਿਨਾਂ ਕਿਸੇ ਦਿੱਕਤ ਦੇ ਇਸ ਨੂੰ ਰੀਨਿਊ ਕਰਵਾ ਸਕਦੇ ਹੋ, ਜਿਸ ਵਾਸਤੇ ਸੌਖਾ ਤਰੀਕਾ ਉਹਨਾਂ ਵੱਲੋਂ ਅੱਜ ਲਿਆਂਦਾ ਗਿਆ, ਜੋ ਕਿ ਕੈਨੇਡਾ ਵਿੱਚ ਅੱਜ ਤੋਂ ਹੀ ਲਾਗੂ ਹੋਣ ਜਾ ਰਿਹਾ ਹੈ। ਆਪਣੇ ਪਾਸਪੋਰਟ ਨੂੰ ਰੀਨਿਊ ਕਰਾਉਣ ਦੇ ਪ੍ਰੋਸੈਸ ਨੂੰ ਹੁਣ ਹੋਰ ਸੌਖਾ ਕੀਤਾ ਜਾ ਰਿਹਾ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦਰਅਸਲ ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਕੈਨੇਡੀਅਨਸ ਵੀ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਕਿ ਉਹ ਬਾਕੀ ਦੇਸ਼ਾਂ ਦਾ ਹਵਾਈ ਸਫ਼ਰ ਕਰਨਗੇ। ਅੱਜ ਇਮੀਗ੍ਰੇਸ਼ਨ ਮੰਤਰੀ ਵੱਲੋਂ ਪਾਸਪੋਰਟ ਰੀਨਿਊ ਕਰਾਉਣ ਦੇ ਪ੍ਰੋਸੈਸ ਨੂੰ ਹੋਰ ਸੌਖਾ ਕਰਨ ਸੰਬੰਧੀ ਐਲਾਨ ਕੀਤਾ। ਅੱਜ ਤੋਂ ਹੀ ਪਾਸਪੋਰਟ ਰੀਨਿਊ ਕਰਨ ਦਾ ਪ੍ਰੋਸੈਸ ਹੁਣ ਆਸਾਨ ਹੋਣ ਜਾ ਰਿਹਾ ਹੈ, ਜਿੱਥੇ ਆਸਾਨੀ ਨਾਲ ਤੁਸੀਂ ਐਕਸਪਾਇਰਡ ਪਾਸਪੋਰਟ ਨੂੰ ਰੀਨਿਊ ਕਰਵਾ ਸਕੋਗੇ। ਇਹ ਸੌਖਾ ਤਰੀਕਾ ਉਹਨਾਂ ਦੇ ਵਾਸਤੇ ਵੀ ਹੋਵੇਗਾ ਜਿਨ੍ਹਾਂ ਦਾ ਪਾਸਪੋਰਟ ਗਵਾਚ ਗਿਆ, ਚੋਰੀ ਹੋ ਗਿਆ ਜਾਂ ਫਿਰ ਉਸ ਨੂੰ ਕੋਈ ਨੁਕਸਾਨ ਹੋ ਗਿਆ। ਇਸ ਤੋਂ ਪਹਿਲਾਂ ਸਿੰਪਲ ਰੀਨਿਊ ਪ੍ਰੋਸੈਸ ਉਸ ਐਕਸਪਾਇਰਡ ਪਾਸਪੋਰਟ ਦੇ ਵਾਸਤੇ ਨਹੀਂ ਸੀ ਜਿਸ ਨੂੰ 1 ਸਾਲ ਦਾ ਸਮਾਂ ਹੋ ਗਿਆ ਹੋਵੇ। ਹੁਣ ਨਵੇਂ ਐਲਾਨ ਦੇ ਮੁਤਾਬਕ ਐਪਲੀਕੈਂਟਸ ਨੂੰ ਓਰੀਜਨਲ ਡਾਕੂਮੈਂਟਸ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ, ਜਿਸ ਦੇ ਵਿੱਚ ਪ੍ਰੂਫ ਆਫ ਸਿਟੀਜ਼ਨਸ਼ਿਪ ਜਾਂ ਫਿਰ ਫੋਟੋ ਆਈਡੈਂਟੀਫਿਕੇਸ਼ਨ ਦੇ ਬਾਰੇ ਦੱਸਿਆ ਗਿਆ। ਇਸ ਦੇ ਵਾਸਤੇ ਹੋਵੇਗਾ ਇਹ ਕਿ ਤੁਹਾਨੂੰ 2 ਫੋਟੋ, 2 ਰੈਫਰੈਂਸਸ, ਪੂਰਾ ਫਾਰਮ ਅਤੇ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ। ਇਮੀਗ੍ਰੇਸ਼ਨ ਦੇ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਕਿ ਆਖਿਰਕਾਰ ਕਿਉਂ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਰਹੇ ਹਨ। ਸਾਲ 2022 ਦੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਕਾਫੀ ਹੌਲੀ ਹੋਈ ਹੈ, ਜਿੱਥੇ ਬਹੁਤ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਦੇ ਪਿੱਛੇ ਕੀ ਕਾਰਨ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਹੁਣ ਕਿੰਨੇ ਘੱਟ ਇਨਵੀਟੇਸ਼ਨ ਜਾਰੀ ਕੀਤੇ ਜਾ ਰਹੇ ਨੇ। ਜੀ ਹਾਂ, 2022 ਦੇ ਪਹਿਲੇ ਕੁਆਰਟਰ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਹੁਤ ਘੱਟ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। IRCC ਵੱਲੋਂ ਸਿਰਫ PNP ਸਪੈਸੀਫਿਕ ਡਰਾਅ ਹੀ ਕੱਢੇ ਗਏ, ਜਿਸ ਵਿੱਚ ਬਹੁਤ ਘੱਟ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਕ ਹੁਣ ਤੱਕ 6,488 ਉਮੀਦਵਾਰਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਗਏ ਨੇ। ਇਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਪਹਿਲੇ ਕੁਆਰਟਰ ਦੀ ਸ਼ੁਰੂਆਤ ਬਹੁਤ ਹੌਲੀ ਹੋਈ ਹੈ। ਇਸ ਤੋਂ ਪਹਿਲਾਂ ਇਹ 2015 ਦੌਰਾਨ ਦੇਖਣ ਦੇ ਵਿੱਚ ਆਇਆ ਸੀ, ਜਦੋਂ ਘੱਟ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਸ ਮੌਕੇ ਕੈਨੇਡਾ ਵੱਲੋਂ ਸਿਰਫ 4,735 PNP ਕੈਂਡੀਡੇਟਸ ਨੂੰ ਹੀ ਇਨਵੀਟੇਸ਼ਨ ਜਾਰੀ ਕੀਤੇ ਗਏ। 2022 ਦੇ ਪਹਿਲੇ ਕੁਆਰਟਰ ਵਿੱਚ ਜਿਹੜੇ ਪਹਿਲੇ 7 ਡਰਾਅ ਕੱਢੇ ਗਏ, ਉਸ ਦੇ ਵਿੱਚ ਦੇਖਿਆ ਗਿਆ ਕਿ ਰਿਕਾਰਡ ਤੋੜ ਇਨਵੀਟੇਸ਼ਨ ਦਿੱਤੇ ਗਏ। ਫਰਵਰੀ 16 ਨੂੰ 1,082 ਉਮੀਦਵਾਰਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਦਿੱਤੇ ਗਏ।
ਹੁਣ ਇਨਵੀਟੇਸ਼ਨਸ ਦੇ ਵਿੱਚ ਜਿਹੜੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉਸ ਦੇ ਪਿੱਛੇ ਜਿਹੜਾ ਕਾਰਨ ਹੈ ਉਹ ਵੀ ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿਹੜਾ ਫਾਈਲਾਂ ਦਾ ਬੈਕਲੌਗ ਇਕੱਠਾ ਹੋਇਆ ਹੈ ਇਸ ਦੇ ਕਾਰਨ ਹੀ ਘੱਟ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ। ਦੱਸ ਦਈਏ ਕਿ ਸਤੰਬਰ 2021 ਤੋਂ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਕੱਢਣੇ ਬੰਦ ਕਰ ਦਿੱਤੇ। ਹੁਣ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਗਿਆ ਸਭ ਤੋਂ ਪਹਿਲਾਂ ਉਸ ਦੇ ਉੱਪਰ ਫੈਸਲਾ ਸੁਣਾਇਆ ਜਾਵੇਗਾ। ਪਿਛਲੇ ਦਿਨੀ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਹੁਣ ਤੱਕ ਕਿੰਨੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਗਿਆ ਤੇ ਕਿੰਨੀਆਂ ਫਾਈਲਾਂ ਦੇ ਉੱਪਰ ਡਿਸੀਜਨ ਆਉਣਾ ਅਜੇ ਬਾਕੀ ਹੈ। ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਉਣ ਦੀ ਬਾਰ-ਬਾਰ ਗੱਲ ਕਹੀ ਜਾਂਦੀ ਹੈ, ਪਰ ਫਿਰ ਵੀ ਉਹਨਾਂ ਵੱਲੋਂ ਅਜੇ ਬੈਕਲੌਗ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਉਮੀਦਵਾਰਾਂ ਵੱਲੋਂ ਇਹ ਵੀ ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਕਦੋਂ ਮੁੜ ਐਲਾਨ ਕੀਤੇ ਜਾਣਗੇ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਡਰਾਅ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ, ਪਰ ਕਿਸ ਤਾਰੀਖ ਤੋਂ ਇਹ ਹੋਏਗਾ ਅਜੇ ਉਹਨਾਂ ਵੱਲੋਂ ਇਹ ਤਾਰੀਖ ਸਾਂਝੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰੂਸ ਖਿਲਾਫ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰੂਸ G20 ਦਾ ਮਜ਼ਬੂਤ ਪਾਰਟਨਰ ਨਹੀਂ ਹੈ। ਦੱਸ ਦਈਏ ਕਿ ਇਸ ਸਮੇਂ ਰੂਸ ਵੱਲੋਂ ਜੋ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਵੱਖ-ਵੱਖ ਦੇਸ਼ ਰਸ਼ੀਆ ਦੇ ਖਿਲਾਫ ਬੋਲਦੇ ਅਤੇ ਉਹਨਾਂ ਦੇ ਉੱਪਰ ਪਾਬੰਦੀਆਂ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਬਿਆਨ ਕਿਉਂ ਦਿੱਤਾ ਗਿਆ, ਜਾਣੋ ਇਸ ਖਬਰ ਰਾਹੀਂ। ਰੂਸ ਦੇ ਖਿਲਾਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਸ਼ੀਆ ਕਦੇ ਵੀ G20 ਦਾ ਮਜ਼ਬੂਤ ਸਾਥੀ ਨਹੀਂ ਬਣ ਸਕਦਾ। ਇਸ ਦੇ ਪਿੱਛੇ ਜੋ ਰੂਸ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ ਇਸ ਨੂੰ ਕਾਰਨ ਦੱਸਿਆ ਗਿਆ। ਦਰਅਸਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਟਵਾ ਵਿੱਚ ਰਿਪੋਰਟਰਸ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਹਨਾਂ ਨੇ ਆਪਣੇ ਇਹ ਵਿਚਾਰ ਪ੍ਰਗਟ ਕੀਤੇ। ਟਰੂਡੋ ਨੇ ਕਿਹਾ ਕਿ G20 ਲੀਡਰਸ ਵੱਲੋਂ ਆਪਸ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ, ਜੋ ਕਿ ਰਸ਼ੀਆ ਦੀ ਪ੍ਰੈਜ਼ੈਂਸ ਨੂੰ ਲੈ ਕੇ ਹੈ। ਜਾਣਕਾਰੀ ਲਈ ਦੱਸ ਦਈਏ ਕਿ ਰੂਸ ਵੱਲੋਂ ਯੂਕਰੇਨ ਉੱਪਰ 24 ਫਰਵਰੀ ਨੂੰ ਅਟੈਕ ਕੀਤਾ ਗਿਆ। ਲਗਭਗ ਹਰ ਪਾਸੇ ਤੋਂ ਹੀ ਯੂਕਰੇਨ ਦੇ ਉੱਪਰ ਰਸ਼ੀਆ ਵੱਲੋਂ ਇਸ ਦਿਨ ਤੋਂ ਅਟੈਕ ਕੀਤਾ ਗਿਆ, ਪਰ ਅਜੇ ਤੱਕ ਵੀ ਉਹ ਯੂਕਰੇਨ ਦੇ ਵੱਡੇ ਸ਼ਹਿਰ ਦੇ ਉੱਪਰ ਕਬਜ਼ਾ ਨਹੀਂ ਕਰ ਸਕਿਆ। ਹੁਣ ਵੱਖ-ਵੱਖ ਦੇਸ਼ਾਂ ਵੱਲੋਂ ਲਗਾਤਾਰ ਰੂਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਇਸ ਜੰਗ ਨੂੰ ਖਤਮ ਕਰ ਦੇਣ, ਪਰ 1 ਮਹੀਨੇ ਤੋਂ ਬਾਅਦ ਦਾ ਸਮਾਂ ਹੋ ਚੁੱਕਿਆ ਹੈ, ਅਜੇ ਵੀ ਇਹ ਜੰਗ ਜਾਰੀ ਹੈ। ਵੱਖ-ਵੱਖ ਦੇਸ਼ਾਂ ਦੇ ਉੱਪਰ ਵੀ ਇਸ ਦਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਰੂਸ ਦੇ ਖਿਲਾਫ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਹੁਣ ਦੇਖਣਾ ਹੋਵੇਗਾ ਕਿ ਇਸ ਜੰਗ ਦਾ ਕੀ ਨਤੀਜਾ ਹੁੰਦਾ ਹੈ ਤੇ ਇਹ ਕਦੋਂ ਖਤਮ ਹੋਵੇਗੀ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ ਘੱਟ ਹੋਣਗੀਆਂ। ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸੇ ਅਤੇ ਇੱਕ ਹੋਰ ਸੂਬੇ ਦੇ ਵਾਸਤੇ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਗੈਸ ਦੀਆਂ ਕੀਮਤਾਂ ਦੇ ਵਿੱਚ ਹਲਕੀ ਗਿਰਾਵਟ ਇਸ ਹਫ਼ਤੇ ਦਰਜ ਕੀਤੀ ਜਾਵੇਗੀ। ਕਿਹੜੀ ਥਾਂ ਦੇ ਉੱਪਰ ਕਿੰਨੀ ਗੈਸ ਦੀ ਕੀਮਤ ਰਹਿਣ ਵਾਲੀ ਹੈ, ਜਾਣੋ ਇਸ ਖਬਰ ਰਾਹੀਂ। ਕੈਨੇਡਾ ਦੇ ਕੁਝ ਸੂਬਿਆਂ ਵਿੱਚ ਗੈਸ ਦੀਆਂ ਕੀਮਤਾਂ ਘੱਟ ਹੋਣਗੀਆਂ, ਜਿਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕੈਨੇਡੀਅਨ ਗੈਸ ਪ੍ਰਾਈਸ ਟਰੈਕਰ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੇਸ਼ ਦੇ ਕੁਝ ਹਫ਼ਤਿਆਂ ਵਿੱਚ ਇਸ ਹਫ਼ਤੇ ਗੈਸ ਦੀਆਂ ਕੀਮਤਾਂ ਘੱਟ ਹੋਣਗੀਆਂ। ਇਸ ਬਾਰੇ ਕੈਨੇਡਾ ਦੇ ਅਫੋਰਡੇਬਲ ਐਨਰਜੀ ਪ੍ਰੈਜ਼ੀਡੈਂਟ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਓਨਟਾਰੀਓ, ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ ਘੱਟ ਹੋਣਗੀਆਂ, ਜਿੱਥੇ ਕੀਮਤਾਂ ਵਿੱਚ 9 ਸੈਂਟਸ ਦੀ ਗਿਰਾਵਟ ਆਵੇਗੀ। ਜਾਣਕਾਰੀ ਮੁਤਾਬਕ ਟੋਰਾਂਟੋ ਵਾਸੀਆਂ ਦੇ ਲਈ ਇਸ ਹਫ਼ਤੇ ਗੈਸ ਦੀਆਂ ਕੀਮਤਾਂ 168.9 ਸੈਂਟਸ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੋਣਗੀਆਂ। ਮੌਂਟਰੀਅਲ ਦੇ ਡਰਾਈਵਰਸ ਨੂੰ ਗੈਸ ਦੇ ਵਾਸਤੇ 178.9 ਸੈਂਟਸ ਅਦਾ ਕਰਨੇ ਹੋਣਗੇ। ਇਸ ਤੋਂ ਇਲਾਵਾ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ 8 ਸੈਂਟਸ ਹੇਠਾਂ ਆਉਣਗੀਆਂ, ਜਿਸ ਤੋਂ ਬਾਅਦ ਇਹ ਕੀਮਤਾਂ 190.9 ਸੈਂਟਸ ਦਰਜ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਐਲਬਰਟਾ ਵਿੱਚ ਡਰਾਈਵਰਸ ਨੂੰ ਗੈਸ ਦੀਆਂ ਕੀਮਤਾਂ ਵਿੱਚ ਬਹੁਤਾ ਫਰਕ ਨਜ਼ਰ ਨਹੀਂ ਆਏਗਾ। ਇਸ ਹਫ਼ਤੇ ਇੱਥੇ ਗੈਸ ਦੀਆਂ ਕੀਮਤਾਂ 165.9 ਸੈਂਟਸ ਪ੍ਰਤੀ ਲੀਟਰ ਦੇ ਹਿਸਾਬ ਨਾਲ ਰਹਿਣ ਵਾਲੀਆਂ ਨੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗੈਸ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਆਮ ਲੋਕਾਂ ਦੀ ਜੇਬ ਦੇ ਉੱਪਰ ਭਾਰੀ ਅਸਰ ਪੈ ਰਿਹਾ ਹੈ। ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਡਰਾਈਵਰਸ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਰੀਬੇਟ ਦੇ ਬਾਰੇ ਜਾਣਕਾਰੀ ਦਿੱਤੀ ਸੀ ਤੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੁਝ ਹਿੱਸਿਆਂ ਵਿੱਚ ਇਸ ਹਫ਼ਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾਵੇਗੀ। ਨਾਟੋ ਉੱਪਰ ਹੈਕਰਸ ਵੱਲੋਂ ਹਮਲਾ ਕੀਤਾ ਗਿਆ। ਰਸ਼ੀਆ ਦੇ ਹੈਕਰਸ ਵੱਲੋਂ ਨਾਟੋ ਦੇ ਡਾਟਾ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਬਾਰੇ ਗੂਗਲ ਵੱਲੋਂ ਜਾਣਕਾਰੀ ਦਿੱਤੀ ਗਈ, ਪਰ ਦੂਜੇ ਪਾਸੇ ਰਸ਼ੀਆ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਰਸ਼ੀਆ ਦੇ ਹੈਕਰਸ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ, ਜਿਸ ਦੀ ਜਾਣਕਾਰੀ ਗੂਗਲ ਵੱਲੋਂ ਦਿੱਤੀ ਗਈ ਹੈ। ਗੂਗਲ ਦਾ ਕਹਿਣਾ ਹੈ ਕਿ ਰਸ਼ੀਆ ਦੇ ਹੈਕਰਸ ਵੱਲੋਂ ਨਾਟੋ ਦੇ ਸਿਸਟਮ ਨਾਲ ਛੇੜਛਾੜ ਕੀਤੀ ਗਈ ਹੈ। ਅਜਿਹਾ ਹੀ ਉਹਨਾਂ ਵੱਲੋਂ ਕੁਝ ਈਸਟਰਨ ਯੂਰਪੀਅਨ ਦੇਸ਼ਾਂ ਦੇ ਵਾਸਤੇ ਵੀ ਕੀਤਾ ਗਿਆ। ਜਾਣਕਾਰੀ ਗੂਗਲ ਦੇ ਥ੍ਰੈਟ ਐਨਾਲਾਈਸਿਸ ਗਰੁੱਪ ਵੱਲੋਂ ਸਾਂਝੀ ਕੀਤੀ ਗਈ, ਜਿਸ ਬਾਰੇ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ।
ਇਸ ਰਿਪੋਰਟ ਦੇ ਵਿੱਚ ਇਹ ਤਾਂ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜੀਆਂ ਮਿਲਟਰੀਜ਼ ਨੂੰ ਟਾਰਗੇਟ ਕੀਤਾ ਗਿਆ। ਗੂਗਲ ਦਾ ਕਹਿਣਾ ਹੈ ਕਿ ਕੈਂਪੇਨ, ਜਿਸ ਦਾ ਨਾਮ ਕ੍ਰੈਡੈਂਸ਼ੀਅਲ ਫਿਸ਼ਿੰਗ ਕੈਂਪੇਨਸ ਦੱਸਿਆ ਗਿਆ, ਇਹ ਨਵੇਂ ਜੀਮੇਲ ਅਕਾਊਂਟਸ ਦੇ ਰਾਹੀਂ ਭੇਜੇ ਗਏ ਨੇ। ਦੱਸ ਦਈਏ ਕਿ ਰਸ਼ੀਆ ਦੇ ਉੱਪਰ ਇਸ ਸਮੇਂ ਵੱਖ-ਵੱਖ ਦੇਸ਼ਾਂ ਵੱਲੋਂ ਕਾਫੀ ਪਾਬੰਦੀਆਂ ਲਗਾਈਆਂ ਹੋਈਆਂ ਨੇ। ਉਹਨਾਂ ਵੱਲੋਂ ਸਾਈਬਰ ਅਟੈਕ ਨੂੰ ਲੈ ਕੇ ਵੀ ਡਿਨਾਈ ਕੀਤਾ ਗਿਆ। ਗੂਗਲ ਦਾ ਕਹਿਣਾ ਹੈ ਕਿ ਇਸ ਹੈਕਰ ਦੇ ਗਰੁੱਪ ਵੱਲੋਂ ਨਾਟੋ ਸੈਂਟਰ ਆਫ ਐਕਸੀਲੈਂਸ ਨੂੰ ਵੀ ਟਾਰਗੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ, ਜੋ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਵੱਖ-ਵੱਖ ਦੇਸ਼ ਰਸ਼ੀਆ ਦੇ ਉੱਪਰ ਦਬਾਅ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਰਸ਼ੀਆ ਇਹ ਜੰਗ ਖਤਮ ਕਰ ਦੇਵੇ, ਪਰ ਰੂਸ ਵੱਲੋਂ ਅਜੇ ਅਜਿਹਾ ਨਹੀਂ ਕੀਤਾ ਗਿਆ। ਕੈਨੇਡਾ ਸਮੇਤ ਕਈ ਦੇਸ਼ਾਂ ਵੱਲੋਂ ਕਾਫੀ ਸਖਤ ਪਾਬੰਦੀਆਂ ਰੂਸ ਦੇ ਖਿਲਾਫ ਲਗਾਈਆਂ ਗਈਆਂ ਨੇ ਤੇ ਨਾਲ ਹੀ ਉਹ ਵਲਾਦੀਮੀਰ ਪੁਤਿਨ ਦੇ ਬਾਰੇ ਵੀ ਬੋਲਦੇ ਹੋਏ ਦਿਖਾਈ ਦੇ ਰਹੇ ਨੇ। ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਕਾਫੀ ਸਖਤ ਸ਼ਬਦਾਂ ਦੀ ਵਰਤੋਂ ਪੁਤਿਨ ਦੇ ਖਿਲਾਫ ਕੀਤੀ ਗਈ ਸੀ। ਇਸ ਤੋਂ ਬਾਅਦ ਕਾਫੀ ਕੰਟਰੋਵਰਸੀ ਹੋਈ, ਪਰ ਬਾਈਡਨ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਨੇ ਇਸ ਦੇ ਸੰਬੰਧ ਵਿੱਚ ਉਹ ਮੁਆਫੀ ਨਹੀਂ ਮੰਗਣਗੇ ਤੇ ਉਹਨਾਂ ਵੱਲੋਂ ਆਪਣੇ ਸ਼ਬਦ ਵਾਪਸ ਨਹੀਂ ਲਏ ਜਾਣਗੇ। ਇੰਗਲੈਂਡ ਵੱਲੋਂ ਫ੍ਰੀ ਟੈਸਟ ਕਿਟਾਂ ਦੀ ਸਪਲਾਈ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ। ਪਹਿਲਾਂ ਕਾਫੀ ਲੋਕਾਂ ਨੂੰ ਇਹ ਮੁਫਤ ਦੇ ਵਿੱਚ ਕਿੱਟਾਂ ਦਿੱਤੀਆਂ ਜਾ ਰਹੀਆਂ ਸਨ ਤਾਂ ਕਿ ਉਹ ਕਰੋਨਾ ਦਾ ਟੈਸਟ ਕਰ ਲੈਣ, ਪਰ ਹੁਣ ਬ੍ਰਿਟੇਨ ਤੋਂ ਲਗਾਤਾਰ ਕਰੋਨਾ ਵਾਇਰਸ ਦੇ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਵਿੱਚ ਦੱਸਿਆ ਗਿਆ ਕਿ ਮੁਫਤ ਜਿਹੜੀਆਂ ਕਰੋਨਾ ਵਾਇਰਸ ਦੀਆਂ ਰੈਪਿਡ ਟੈਸਟ ਕਿੱਟਾਂ ਨੇ ਉਹਨਾਂ ਨੂੰ ਹੁਣ ਸਪਲਾਈ ਬੰਦ ਕੀਤੀ ਜਾ ਰਹੀ ਹੈ। ਇੰਗਲੈਂਡ ਤੋਂ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਇੱਕ ਖਾਸ ਤੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਬ੍ਰਿਟਿਸ਼ ਸਰਕਾਰ ਵੱਲੋਂ ਹੁਣ ਫ੍ਰੀ ਰੈਪਿਡ ਕਰੋਨਾ ਵਾਇਰਸ ਟੈਸਟ ਖਤਮ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 1.7 ਬਿਲੀਅਨ ਤੋਂ ਵੱਧ ਟੈਸਟ ਕਿੱਟਾਂ ਵਰਕ ਪਲੇਸਿਸ, ਫਾਰਮੇਸੀ ਅਤੇ ਮੇਲ ਦੇ ਰਾਹੀਂ ਦਿੱਤੀਆਂ ਗਈਆਂ। ਇਹ ਜਾਣਕਾਰੀ ਉਹਨਾਂ ਵੱਲੋਂ ਪਿਛਲੇ ਸਾਲ ਦੇ ਬਾਰੇ ਸਾਂਝੀ ਕੀਤੀ ਗਈ ਹੈ। ਇਸ ਦਾ ਮਕਸਦ ਇਹ ਸੀ ਕਿ ਲੋਕ ਕਰੋਨਾ ਵਾਇਰਸ ਦਾ ਟੈਸਟ ਖੁਦ ਕਰ ਸਕਣ, ਪਰ ਹੁਣ ਇਹਨਾਂ ਮੁਫਤ ਰੈਪਿਡ ਟੈਸਟ ਕਿੱਟਾਂ ਦੀ ਸਪਲਾਈ ਸਰਕਾਰ ਵੱਲੋਂ ਬੰਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬ੍ਰਿਟੇਨ ਦੇ ਵਿੱਚ ਜਿਹੜੀਆਂ ਕਰੋਨਾ ਵਾਇਰਸ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਸਨ, ਇਹਨਾਂ ਪਾਬੰਦੀਆਂ ਨੂੰ ਹੁਣ ਲਗਭਗ ਖਤਮ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਯਾਤਰਾ ਸੰਬੰਧੀ ਵੀ ਜਿਹੜੀਆਂ ਸਖਤੀਆਂ ਸਨ ਉਹਨਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਯੂਕੇ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 92% ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ਸ ਲਗਵਾਈਆਂ ਗਈਆਂ। ਇਸ ਤੋਂ ਇਲਾਵਾ ਤੀਜਾ ਟੀਕਾ ਹਾਸਲ ਕਰਨ ਵਾਲਿਆਂ ਦੀ ਵੀ ਗਿਣਤੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਅਲਬਰਟਾ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਇੱਥੇ ਕੀ ਸਥਿਤੀ ਬਣੀ ਹੋਈ ਹੈ, ਕਿੰਨੇ ਮੌਜੂਦਾ ਸਮੇਂ ਮਾਮਲੇ ਸਾਹਮਣੇ ਆ ਰਹੇ ਨੇ, ਕੀ ਇੱਥੇ ਕੁਝ ਹੋ ਰਿਹਾ ਹੈ, ਇਸ ਬਾਰੇ ਅਲਬਰਟਾ ਦੇ ਸਿਹਤ ਮੰਤਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਨੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਲਬਰਟਾ ਦੇ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਜੋ ਹਾਲਾਤ ਬਣੇ ਹੋਏ ਨੇ, ਇਸ ਨਾਲ ਸਿਹਤ ਮੰਤਰੀ ਵੱਲੋਂ ਜਾਣੂ ਕਰਵਾਇਆ ਗਿਆ। ਉਹਨਾਂ ਨੇ ਨਿਊਜ਼ ਕਾਨਫਰੰਸ ਰਾਹੀਂ ਦੱਸਿਆ ਕਿ ਅਲਬਰਟਾ ਵਿੱਚ ਕਰੋਨਾ ਵਾਇਰਸ ਦੀ ਕੀ ਮੌਜੂਦਾ ਸਥਿਤੀ ਹੈ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਉਪਾਅ ਅਪਣਾਏ ਜਾ ਰਹੇ ਨੇ। ਹੁਣ ਕੀ ਕਹਿਣਾ ਹੈ ਸਿਹਤ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। From March 22nd to 28th, our daily positivity rate of PCR tests ranged from 21.7% to 27.1%, with an average of 24.5%. This is a slight increase from the 22% average in the previous 7 days. The wastewater surveillance data also shows signs of rising transmission. A number of sites across the province, including Edmonton and Calgary, are showing initial signs of increasing trends. However, as we know, wastewater data can be highly variable, so we will continue to monitor these levels and other leading indicators in the coming days and coming weeks. Given that we have lifted the vast majority of public health measures over the last 7 weeks, it is not unexpected that we are seeing a slight increase in transmission of COVID across the province. There are simply more opportunities for the virus to spread as more and more people work from the office, return to traveling, socialize in various settings, and resume their regular routines. This is especially true as BA.2 Omicron subvariant is a dominant strain in Alberta and is shown to be more transmissible than BA.1. Our lab has found that around 70% of all positive PCR test samples are now BA.2. ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਧੋਖੇ ਦਾ ਸ਼ਿਕਾਰ ਹੋ ਗਿਆ। ਇਹ ਬਜ਼ੁਰਗ ਗ੍ਰੈਂਡ ਪੈਰੈਂਟਸ ਸਕੈਮ ਦਾ ਸ਼ਿਕਾਰ ਹੋਇਆ, ਜਿੱਥੇ ਫੋਨ ਕਾਲ ਦੇ ਉੱਪਰ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਨਾਲ ਇੱਕ RCMP ਆਫੀਸਰ ਗੱਲ ਕਰ ਰਿਹਾ ਤੇ ਉਹਨਾਂ ਦੇ ਨੈਫਿਊ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਕੋਲੋਂ ਨਸ਼ਾ ਬਰਾਮਦ ਹੋਇਆ ਤੇ ਫਿਰ ਕੀ ਸੀ, ਇਸ ਬਜ਼ੁਰਗ ਨੂੰ ਧੋਖੇ ਦਾ ਸ਼ਿਕਾਰ ਬਣਾ ਲਿਆ ਗਿਆ। ਟੋਰਾਂਟੋ ਦੇ ਇੱਕ ਬਜ਼ੁਰਗ ਨਾਲ ਧੋਖਾ ਹੋਇਆ, ਜਿੱਥੇ ਉਹਨਾਂ ਨੂੰ $25,000 ਗਵਾਉਣੇ ਪੈ ਗਏ।
ਦਰਅਸਲ ਇਸ ਬਜ਼ੁਰਗ ਨਾਲ ਗ੍ਰੈਂਡ ਪੇਰੈਂਟ ਸਕੈਮ ਹੋ ਗਿਆ, ਜਿਸ ਬਾਰੇ ਪੁਲਿਸ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਰਹੀ ਸੀ। ਹੁਣ ਇਸ ਬਜ਼ੁਰਗ ਵੱਲੋਂ ਆਪਣੀ ਦਾਸਤਾਨ ਸੁਣਾਈ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਹ ਇਸ ਧੋਖੇ ਦਾ ਸ਼ਿਕਾਰ ਹੋ ਗਏ। ਬਜ਼ੁਰਗ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਫੋਨ ਦੇ ਉੱਪਰ ਕਾਲ ਆਈ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਆਰਸੀਐਮਪੀ ਆਫੀਸਰ ਉਹਨਾਂ ਦੇ ਨਾਲ ਗੱਲ ਕਰ ਰਿਹਾ ਹੈ। ਇਸ ਆਫੀਸਰ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦਾ ਭਤੀਜਾ ਫੜਿਆ ਗਿਆ, ਜਿਸ ਕੋਲੋਂ ਨਸ਼ਾ ਬਰਾਮਦ ਹੋਇਆ। ਜੇਕਰ ਤੁਸੀਂ ਉਸ ਦੀ ਬੇਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵਾਸਤੇ ਪੈਸੇ ਦੇਣੇ ਪੈਣਗੇ। ਪਹਿਲਾਂ ਇਸ ਕਾਲਰ ਵੱਲੋਂ $10,000 ਨਕਦੀ ਦੇ ਵਾਸਤੇ ਰਿਕੁਐਸਟ ਕੀਤੀ ਗਈ। ਫਿਰ ਇਸ ਬਜ਼ੁਰਗ, ਜਿਸ ਦਾ ਨਾਮ ਬਿਲ ਦੱਸਿਆ ਗਿਆ ਹੈ, ਉਸ ਵੱਲੋਂ ਪੈਸੇ ਕਢਵਾ ਕੇ ਸਕੈਮਰ ਨੂੰ ਦਿੱਤੇ ਗਏ। ਜਿਸ ਧੋਖੇ ਦਾ ਉਹ ਸ਼ਿਕਾਰ ਹੋਏ, ਉਸ ਦੇ ਵਿੱਚ ਉਹਨਾਂ ਨੂੰ $25,000 ਦਾ ਨੁਕਸਾਨ ਝੱਲਣਾ ਪਿਆ। ਦੱਸ ਦਈਏ ਕਿ ਪੁਲਿਸ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਦਾ ਜ਼ਿਕਰ ਕਰ ਚੁੱਕੀ ਹੈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿੱਥੇ ਬਜ਼ੁਰਗਾਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਗਿਆ। ਫੋਨ ਦੇ ਉੱਪਰ ਕਾਲ ਕਰਕੇ ਵੱਖ-ਵੱਖ ਚੀਜ਼ਾਂ ਦਾ ਦਾਅਵਾ ਕੀਤਾ ਜਾਂਦਾ ਹੈ ਤੇ ਬਜ਼ੁਰਗਾਂ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਹੁਣ ਤੱਕ ਕਈ ਅਜਿਹੇ ਬਜ਼ੁਰਗ ਅੱਗੇ ਆਏ ਨੇ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹ ਧੋਖੇ ਦਾ ਸ਼ਿਕਾਰ ਹੋ ਗਏ। ਲਗਾਤਾਰ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਵੇ ਤਾਂ ਉਹ ਸਾਵਧਾਨ ਰਹਿਣ। ਅਮਰੀਕਾ ਵੱਲੋਂ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਦਰਮਿਆਨ ਇੱਕ ਵੱਡਾ ਇਤਿਹਾਸਿਕ ਐਲਾਨ ਕੀਤਾ ਗਿਆ, ਜਿਸ ਬਾਰੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜਿਹੜੇ ਰਿਜ਼ਰਵ ਨੇ ਉਸ ਵਿੱਚੋਂ ਰੋਜ਼ਾਨਾ ਗੈਸ ਰਿਲੀਜ਼ ਕੀਤੀ ਜਾਏਗੀ। ਕਿੰਨੀ ਗੈਸ ਰਿਲੀਜ਼ ਹੋਏਗੀ, ਇਹ ਜਿਹੜਾ ਇੱਕ ਇਤਿਹਾਸਿਕ ਕਦਮ ਹੈ ਉਹ ਅਮਰੀਕਾ ਵੱਲੋਂ ਚੁੱਕਿਆ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਗੈਸ ਦੀਆਂ ਕੀਮਤਾਂ ਜੋ ਵੱਧ ਰਹੀਆਂ ਨੇ, ਉਸ ਬਾਰੇ ਹੁਣ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੱਡਾ ਐਲਾਨ ਕੀਤਾ ਗਿਆ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਹੈ ਕਿ ਅਗਲੇ 6 ਮਹੀਨਿਆਂ ਦੇ ਲਈ ਨੈਸ਼ਨਲ ਤੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਵਿੱਚੋਂ ਰੋਜ਼ਾਨਾ 1 ਮਿਲੀਅਨ ਬੈਰਲਸ ਆਇਲ ਰਿਲੀਜ਼ ਕੀਤਾ ਜਾਵੇਗਾ। ਇਸ ਨਾਲ ਜਿਹੜੀਆਂ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ, ਉਹਨਾਂ ਦੇ ਉੱਪਰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਿਸ ਬਾਰੇ ਰਾਸ਼ਟਰਪਤੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਇਸ ਬਾਰੇ ਵਾਈਟ ਹਾਊਸ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ, ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਵਿਸ਼ਵ ਦੇ ਵਿੱਚ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ, ਜਦੋਂ ਇੱਕ ਦਿਨ ਦੇ ਵਿੱਚ 1 ਮਿਲੀਅਨ ਆਇਲ ਰਿਜ਼ਰਵ ਰਿਲੀਜ਼ ਕੀਤੇ ਜਾਣ। ਇਸ ਬਾਰੇ ਰਾਸ਼ਟਰਪਤੀ ਵੱਲੋਂ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। In the short term and driving down demand in the long term, we can free ourselves from our dependence on imported oil from across the world. Look, I know gas prices are painful. I get it. My plan's going to help ease that pain today and safeguard against tomorrow. Today, I'm authorizing the release of 1 million barrels per day for the next 6 months, over 180 million barrels for the from the Strategic Petroleum Reserve. This is a wartime bridge to increase oil supply until production ramps up later this year. And it is by far the largest release of our national reserve in our history. It will provide a historic amount of supply for a historic amount of time, a 6-month bridge to the fall. And we'll use the revenue from selling the oil now to restock the Strategic Petroleum Reserve when prices are lower. So, we'll be ready. We'll be ready for future emergencies. ਕੈਨੇਡਾ ਵਿੱਚ ਜਲਦ ਹੀ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। NACI ਵੱਲੋਂ ਇਸ ਬਾਰੇ ਰეკਮੈਂਡੇਸ਼ਨ ਜਲਦ ਜਾਰੀ ਕੀਤੀ ਜਾਏਗੀ। ਹੁਣ ਇਸ ਬਾਰੇ ਪ੍ਰੋਵਿੰਸਸ ਤੋਂ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀ ਅਮਰੀਕਾ ਦੇ ਵਿੱਚ 50 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਚੌਥੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ। ਕੈਨੇਡੀਅਨਸ ਵਾਸਤੇ ਵੀ ਚੌਥੇ ਟੀਕੇ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਜੀ ਹਾਂ, ਪਬਲਿਕ ਹੈਲਥ ਏਜੰਸੀ ਦਾ ਇਸ ਬਾਰੇ ਕਹਿਣਾ ਹੈ ਕਿ ਕੋਵਿਡ-19 ਵੈਕਸੀਨ ਦੇ ਚੌਥੇ ਟੀਕੇ ਦੇ ਉੱਪਰ NACI ਵੱਲੋਂ ਜਲਦ ਗਾਈਡੈਂਸ ਜਾਰੀ ਕੀਤੀ ਜਾ ਸਕਦੀ ਹੈ। ਜੀ ਹਾਂ, ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਵੱਲੋਂ ਇਸ ਚੌਥੇ ਟੀਕੇ ਦੇ ਬਾਰੇ ਜਲਦ ਗਾਈਡੈਂਸ ਦਿੱਤੀ ਜਾਵੇਗੀ, ਜਿਸ ਵਾਸਤੇ ਅਪ੍ਰੈਲ ਮਹੀਨੇ ਦੇ ਲਈ ਉਮੀਦ ਜਤਾਈ ਜਾ ਰਹੀ ਹੈ। ਇਸ ਬਾਰੇ ਪਬਲਿਕ ਹੈਲਥ ਏਜੰਸੀ ਦੀ ਸਪੋਕਸਵੂਮਨ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਇਸ ਦੇ ਬਾਰੇ ਓਨਟਾਰੀਓ ਦੀ ਸਿਹਤ ਮੰਤਰੀ ਵੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਇਸ ਦੇ ਉੱਪਰ ਗਾਈਡੈਂਸ NACI ਵੱਲੋਂ ਜਾਰੀ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਕੋਵਿਡ-19 ਵੈਕਸੀਨ ਦੇ ਚੌਥੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਦੇ ਵਾਸਤੇ ਕਿਹਾ ਗਿਆ ਕਿ ਜਿਨ੍ਹਾਂ ਦੀ ਉਮਰ 50 ਸਾਲ ਅਤੇ ਇਸ ਤੋਂ ਵੱਧ ਹੈ, ਉਹ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਤੇ ਬੂਸਟਰ ਦਾ ਦੂਸਰਾ ਡੋਜ਼ ਹਾਸਲ ਕਰ ਸਕਦੇ ਨੇ। ਇਸ ਵਾਸਤੇ ਗੱਲ ਕਹੀ ਗਈ ਹੈ ਕਿ ਤੀਸਰੇ ਅਤੇ ਚੌਥੇ ਟੀਕੇ ਦੇ ਵਿਚਕਾਰ 4 ਮਹੀਨਿਆਂ ਦਾ ਅੰਤਰ ਹੋਣਾ ਚਾਹੀਦਾ ਹੈ। ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਹਾਸਲ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਕੈਨੇਡਾ ਦੇ ਵਿੱਚ ਇਸ ਬਾਰੇ ਕੀ ਰეკਮੈਂਡੇਸ਼ਨ ਜਾਰੀ ਕੀਤੀ ਜਾਂਦੀ ਹੈ। ਟੈਕਸਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਿਓ ਅਤੇ ਇਨਸਾਨੀਅਤ ਦੇ ਰਿਸ਼ਤੇ ਦੇ ਉੱਪਰ ਇੱਕ ਸਵਾਲੀਆ ਚਿੰਨ੍ਹ ਖੜਾ ਹੋ ਗਿਆ। ਇੱਕ ਪਿਓ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਰਅਸਲ ਇੱਕ ਬੱਚੇ ਦੀ ਲਾਸ਼ ਉਹਨਾਂ ਨੂੰ ਰਸੋਈ ਚੋਂ ਮਿਲੀ ਹੈ।
ਜਿਸ ਨੂੰ 4 ਸਾਲਾਂ ਤੋਂ ਇੱਥੇ ਰੱਖਿਆ ਗਿਆ ਸੀ। ਜਦੋਂ ਆਫੀਸਰਸ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਪਿੰਜਰ ਮਿਲਿਆ, ਜਿਸ ਬਾਰੇ ਪੁਲਿਸ ਨੇ ਡੀਟੇਲ ਸਾਂਝੀ ਕੀਤੀ ਹੈ। ਟੈਕਸਸ ਤੋਂ ਰਿਸ਼ਤੇ ਅਤੇ ਇਨਸਾਨੀਅਤ ਉੱਤੇ ਸਵਾਲੀਆ ਚਿੰਨ੍ਹ ਖੜਾ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਪਿਓ ਵੱਲੋਂ ਆਪਣੇ ਹੀ ਪੁੱਤਰ ਦੀ ਲਾਸ਼ ਨੂੰ ਰਸੋਈ ਵਿੱਚ 4 ਸਾਲਾਂ ਤੱਕ ਰੱਖਿਆ ਗਿਆ। ਜੀ ਹਾਂ, ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਟੈਕਸਸ ਦੇ ਵਿਅਕਤੀ ਵੱਲੋਂ ਆਪਣੇ ਪੁੱਤਰ ਦੀ ਲਾਸ਼ ਨੂੰ 4 ਸਾਲਾਂ ਤੱਕ ਰਸੋਈ ਵਿੱਚ ਰੱਖਿਆ। ਜਦੋਂ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਵੱਲੋਂ ਟੈਕਸਸ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਨਿਊ ਬੋਸਟਨ ਪੁਲਿਸ ਡਿਪਾਰਟਮੈਂਟ ਵੱਲੋਂ ਪ੍ਰੈਸ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੂੰ ਗੁਆਂਢ ਤੋਂ ਵੈਲਨੈਸ ਦੇ ਬਾਰੇ ਕਾਲ ਆਈ ਸੀ। ਜਦੋਂ ਅਥਾਰਟੀਜ਼ ਜਗ੍ਹਾ ਦੇ ਉੱਪਰ ਪਹੁੰਚੀਆਂ ਤਾਂ ਇੱਕ ਡੇਵਿਡ ਨਾਮ ਦੇ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇੱਥੇ ਕਿਉਂ ਨੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿਉਂਕਿ ਇੱਥੇ ਰਸੋਈ ਵਿੱਚ ਇੱਕ ਡੈੱਡ ਬੋਡੀ ਹੈ। ਫਿਰ ਇਸ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਡੈੱਡ ਬੋਡੀ ਉਸਦੇ ਬੱਚੇ ਦੀ ਹੈ, ਜਿਸ ਦੀ ਮਈ 2018 ਵਿੱਚ ਮੌਤ ਹੋ ਗਈ। ਜਦੋਂ ਅਫਸਰ ਰਸੋਈ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਹੱਡੀਆਂ ਦਾ ਪਿੰਜਰ ਪਿਆ ਸੀ। ਇਸ ਤੋਂ ਬਾਅਦ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਅਥਾਰਟੀਜ਼ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਰਸੋਈ ਦੇ ਵਿੱਚ ਉਹਨਾਂ ਨੂੰ ਲਾਸ਼ ਮਿਲੀ ਉਹ ਵਿਅਕਤੀ ਦੇ ਪੁੱਤਰ ਦੀ ਹੈ। ਹੁਣ ਇਸ ਬੋਡੀ ਨੂੰ ਜਾਂਚ ਵਾਸਤੇ ਸਾਊਥ ਵੈਸਟ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸਿਸ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਇਸ ਦੀ ਜਾਂਚ ਕੀਤੀ ਜਾਵੇਗੀ। ਵਿਅਕਤੀ ਅਜੇ ਹਿਰਾਸਤ ਵਿੱਚ ਹੈ, ਜਿਸ ਦੇ ਉੱਪਰ ਚਾਰजेस ਲਗਾਏ ਗਏ ਨੇ। ਕੈਨੇਡਾ ਦੀ ਆਰਥਿਕਤਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਹੋ ਰਿਹਾ ਹੈ। ਲਗਾਤਾਰ ਜਨਵਰੀ ਅਜਿਹਾ 8ਵਾਂ ਮਹੀਨਾ ਦਰਜ ਕੀਤਾ ਗਿਆ ਜਦੋਂ ਆਰਥਿਕਤਾ ਦੇ ਵਿੱਚ ਸੁਧਾਰ ਹੋਇਆ ਹੋਵੇ। ਸਟੈਟਿਸਟਿਕਸ ਕੈਨੇਡਾ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਵਿੱਚ ਦੱਸਿਆ ਗਿਆ ਕਿ ਕੈਨੇਡਾ ਦੀ ਆਰਥਿਕਤਾ ਜਨਵਰੀ ਮਹੀਨੇ ਦੌਰਾਨ ਕਿਸ ਤਰ੍ਹਾਂ ਦੀ ਰਹੀ। ਕੈਨੇਡਾ ਦੇ ਅਰਥਚਾਰੇ ਲਈ ਜਨਵਰੀ ਮਹੀਨਾ ਵਧੀਆ ਸਾਬਤ ਹੋਇਆ, ਜਿੱਥੇ ਇਕਨੋਮੀ ਵਿੱਚ 0.2% ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ। ਦਰਅਸਲ ਓਮਿਕਰੌਨ ਵੇਰੀਐਂਟ ਦੇ ਕਾਰਨ ਵੱਖ-ਵੱਖ ਥਾਵਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਇਸ ਦੇ ਬਾਵਜੂਦ ਵੀ ਇਹ ਦੇਖਣ ਦੇ ਵਿੱਚ ਆਇਆ ਕਿ ਕੈਨੇਡਾ ਦੀ ਆਰਥਿਕਤਾ ਵਾਸਤੇ ਜਨਵਰੀ ਮਹੀਨਾ ਚੰਗਾ ਸਾਬਤ ਹੋਇਆ। ਜਿਹੜੇ ਨਵੇਂ ਆંકੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੇ ਗਏ ਉਸ ਮੁਤਾਬਕ ਜਨਵਰੀ ਮਹੀਨੇ ਕੈਨੇਡਾ ਦੀ GDP 0.2% ਦੇ ਵਾਧੇ ਨਾਲ ਰਿਕਾਰਡ ਕੀਤੀ ਗਈ ਹੈ। ਲਗਾਤਾਰ ਇਹ 8ਵਾਂ ਮਹੀਨਾ ਹੈ ਜਦੋਂ ਦੇਸ਼ ਦੀ ਆਰਥਿਕਤਾ ਦੇ ਵਿੱਚ ਵਾਧਾ ਹੋਇਆ ਹੋਵੇ। ਦਸੰਬਰ ਵਿੱਚ 0.1% ਦਾ ਮਾਮੂਲੀ ਵਾਧਾ ਵੀ ਦਰਜ ਕੀਤਾ ਗਿਆ। ਦੱਸ ਦਈਏ ਕਿ ਖਾਣ-ਪੀਣ, ਹੋਟਲ, ਕਲਾ ਤੇ ਮਨੋਰੰਜਨ ਵਰਗੇ ਸੈਕਟਰਸ ਵਿੱਚ ਆਰਥਿਕਤਾ ਜਾਂ ਫਿਰ ਇਕਨੋਮਿਕ ਐਕਟੀਵਿਟੀਜ਼ ਵਿੱਚ 10% ਦੀ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਅੰਕੜੇ ਦੱਸਦੇ ਨੇ ਕਿ ਫਰਵਰੀ ਵਿੱਚ ਆਰਥਿਕਤਾ 0.8% ਵੱਧ ਸਕਦੀ ਹੈ, ਜਿਸ ਵਿੱਚ ਨਿਰਮਾਣ, ਮਾਈਨਿੰਗ, ਤੇਲ ਅਤੇ ਗੈਸ ਪ੍ਰੋਡਕਸ਼ਨ, ਹੋਟਲ, ਰਿਹਾਇਸ਼ ਤੇ ਖਾਣ-ਪੀਣ ਦੀਆਂ ਚੀਜ਼ਾਂ ਸੰਬੰਧੀ ਸੈਕਟਰ ਦੇ ਵਿੱਚ ਵਾਧਾ ਸ਼ਾਮਿਲ ਹੈ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਸਕ ਅਜੇ ਵੀ ਪਾਉਣਾ ਲਾਜ਼ਮੀ ਰੱਖਿਆ ਜਾਵੇ। ਦਰਅਸਲ ਜੋ ਪਾਬੰਦੀਆਂ ਦੇ ਵਿੱਚ ਵੱਡੀ ਢਿੱਲ ਦਿੱਤੀ ਗਈ, ਉਸ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ ਕਿ ਓਨਟਾਰੀਓ ਵਿੱਚ ਵੀ ਹੁਣ ਪਹਿਲਾਂ ਦੇ ਮੁਕਾਬਲੇ ਕੇਸਿਸ ਵੱਧ ਹੋਣ ਲੱਗੇ ਨੇ। ਓਨਟਾਰੀਓ 'ਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਕੇਸਿਸ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇਸ ਤੋਂ ਇਲਾਵਾ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋਈ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਹੈਲਥ ਐਕਸਪਰਟਸ ਵੱਲੋਂ ਓਨਟਾਰੀਓ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਹੈਲਥ ਮਾਹਰਾਂ ਦਾ ਕਹਿਣਾ ਹੈ ਕਿ ਓਨਟਾਰੀਓ ਵਾਸੀ ਅਜੇ ਵੀ ਮਾਸਕ ਪਾਉਣਾ ਜਾਰੀ ਰੱਖਣ। ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਵਿੱਚ ਜੋ ਢਿੱਲ ਦਿੱਤੀ ਗਈ ਉਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ, ਜਿੱਥੇ ਪਹਿਲਾਂ ਦੇ ਮੁਕਾਬਲੇ ਕੇਸਿਸ ਵੱਧ ਹੋਣ ਲੱਗੇ ਨੇ। ਪ੍ਰੋਵਿੰਸ ਦੇ ਵਿੱਚ ਜਿਹੜੀਆਂ ਜਨਤਕ ਥਾਵਾਂ ਦੇ ਉੱਪਰ ਰੋਕਾਂ ਲਗਾਈਆਂ ਗਈਆਂ ਸਨ, ਇਸ ਤੋਂ ਇਲਾਵਾ ਲਾਜ਼ਮੀ ਮਾਸਕ ਪਹਿਨਣ ਦੀ ਸ਼ਰਤ ਹੁਣ ਖਤਮ ਕਰ ਦਿੱਤੀ ਗਈ ਹੈ। ਹੁਣ ਵੱਖ-ਵੱਖ ਹਿੱਸਿਆਂ ਵਿੱਚ ਜਿਹੜੇ ਕੋਰੋਨਾ ਦੇ ਮਾਮਲੇ ਵੱਧ ਹੋਣ ਲੱਗੇ ਨੇ, ਇਸ ਤੋਂ ਬਾਅਦ ਸਿਹਤ ਮਾਹਰ ਕਹਿ ਰਹੇ ਨੇ ਕਿ ਕੈਨੇਡਾ ਦੇ ਵਿੱਚ ਹੁਣ 6ਵੀਂ ਕੋਰੋਨਾ ਦੀ ਲਹਿਰ ਸ਼ੁਰੂ ਹੋ ਰਹੀ ਹੈ। ਆਮ ਲੋਕਾਂ ਨੂੰ ਲਗਾਤਾਰ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਹੈਲਥ ਗਾਈਡਲਾਈਨਸ ਦੀ ਪਾਲਣਾ ਕਰਦੇ ਰਹਿਣ ਤੇ ਜਨਤਕ ਥਾਵਾਂ ਦੇ ਉੱਪਰ ਮਾਸਕ ਪਾਉਣਾ ਅਜੇ ਵੀ ਜਾਰੀ ਰੱਖਣ। ਹਾਲਾਂਕਿ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਹੁਣ ਜਿਹੜੀ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਸ਼ੁਰੂ ਹੋ ਰਹੀ ਹੈ, ਇਸ ਦੇ ਨਾਲ ਹੈਲਥ ਕੇਅਰ ਸਿਸਟਮ ਦੇ ਉੱਪਰ ਬੋਝ ਨਹੀਂ ਪਵੇਗਾ, ਪਰ ਫਿਰ ਵੀ ਇhtiyat ਵਰਤਣਾ ਜ਼ਰੂਰੀ ਹੈ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Most parts of Canada, you have to look at other indicators, and wastewater is certainly a very good one and an early indicator. I think it's also fair to say that, you know, in addition to that, there just seems to be a lot more COVID. Now that's not data, that's anecdata, but the wastewater is good data, and it sadly, you know, we should be looking at lagging indicators, which are things like hospitalizations, and I think no one would be surprised if in a few days or a week or so you might see a bump in hospitalization. There's more COVID now than there is a week or two ago. The real question here is, how big will this wave be? Not, is there a wave? How big will this be, and how significant will this impact us
in Ontario and elsewhere in Canada. I don't think it's going to be as big as the wave we just had, but again, it's going to be something. There's still COVID out there. Let's keep our masks on and get vaccinated. Masks, of course, aren't perfect. It's not a force field, but they do help, and they do protect the individual wearing the mask from getting an infection, and they lower the risk. They don't eliminate the risk, they just lower the risk. Similar, they create a safer indoor space for everyone around you as well. I think given the amount of COVID that we have in the country at this point, it's still a very, very good idea to keep our masks on in indoor settings. I'm doing it. You know, there will be a time where I think that obviously we shouldn't be doing this, or we don't have to be doing this, but we're not there yet. And certainly with an upswing in cases, I think it's a very good idea to keep those masks on for now. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ 807 ਮਰੀਜ਼ ਨੇ ਜਿਨ੍ਹਾਂ ਦਾ ਕਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 166 ਦੀ ਗਿਣਤੀ ਦੱਸੀ ਗਈ ਹੈ। ਇੱਥੇ 24 ਘੰਟਿਆਂ ਦੌਰਾਨ 3000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਦੱਸ ਦਈਏ ਕਿ ਓਨਟਾਰੀਓ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕੇਸਿਸ ਵਧਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਤੋਂ ਬਾਅਦ ਆਮ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਾਵਧਾਨੀ ਵਰਤਣ ਤੇ ਮਾਸਕ ਪਾਉਣਾ ਜਾਰੀ ਰੱਖਣ। ਬੀਤੇ 24 ਘੰਟੇ ਦੌਰਾਨ ਇੱਥੇ 3139 ਮਾਮਲੇ ਸਾਹਮਣੇ ਆਏ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 11,62,609 ਕੇਸਿਸ ਰਿਕਾਰਡ ਕੀਤੇ ਜਾ ਚੁੱਕੇ ਨੇ। 24 ਘੰਟਿਆਂ ਦੌਰਾਨ 6 ਲੋਕਾਂ ਨੇ ਇਸ ਵਾਇਰਸ ਕਾਰਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,433 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,29,428 ਦੱਸੀ ਗਈ। ਵੈਕਸੀਨੇਸ਼ਨ ਦੇ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 90.9% ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। 92.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ 55.5% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ। ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 55.6% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 33.1% ਵੱਲੋਂ ਦੋਨੋਂ ਟੀਕੇ ਲਗਵਾਏ ਗਏ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 13.4% ਤੋਂ ਵੱਧ ਕੇ 16% ਦੱਸਿਆ ਗਿਆ। ਕਿਬੇਕ ਦੇ ਵਿੱਚ ਕਰੋਨਾ ਵਾਇਰਸ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ, ਜਿਸ ਬਾਰੇ ਸਿਹਤ ਐਕਸਪਰਟਸ ਗੱਲ ਕਰਦੇ ਹੋਏ ਦਿਖਾਈ ਦਿੱਤੇ। ਇੱਥੇ ਹਸਪਤਾਲ ਵਿੱਚ 1238 ਮਰੀਜ਼ਾਂ ਦੀ ਗਿਣਤੀ ਹੈ ਤੇ ਇੰਟੈਂਸਿਵ ਕੇਅਰ ਅਧੀਨ 66 ਨੇ। 24 ਘੰਟਿਆਂ ਦੌਰਾਨ 3319 ਮਾਮਲੇ ਸਾਹਮਣੇ ਆਏ ਤੇ 12 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 9,60,769 ਕੇਸਿਸ ਸਾਹਮਣੇ ਆ ਚੁੱਕੇ ਨੇ ਤੇ 14,365 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ, 87% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ ਤੇ 53% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਹਾਸਲ ਕਰ ਲਏ ਗਏ ਨੇ। ਇਸ ਦੇ ਨਾਲ ਹੀ ਜਾਣੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 1 ਲੱਖ ਤੋਂ ਵੱਧ ਹੋਈ ਕੈਨੇਡਾ ਪੱਕੇ। ਇਮੀਗ੍ਰੇਸ਼ਨ ਬਾਰੇ ਖੁਸ਼ਖਬਰੀ, ਹੁਣ ਪਾਸਪੋਰਟ ਲੈਣਾ ਹੋਇਆ ਸੌਖਾ, ਜਲਦ ਹੋਵੇਗਾ ਪਾਸਪੋਰਟ ਰੀਨਿਊ। ਇਮੀਗ੍ਰੇਸ਼ਨ ਬਾਰੇ ਆਈ ਜਾਣਕਾਰੀ, ਹੁਣ ਘੱਟ ਉਮੀਦਵਾਰਾਂ ਨੂੰ ਮਿਲ ਰਹੇ ਸੱਦੇ। ਟਰੂਡੋ ਦਾ ਰੂਸ ਖਿਲਾਫ ਵੱਡਾ ਬਿਆਨ, ਕਿਹਾ ਰੂਸ ਨਹੀਂ G20 ਦਾ ਮਜ਼ਬੂਤ ਸਾਥੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।